ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਬਾਣੀ ਸ਼੍ਰੀ ਨਾਮਦੇਵ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿਤ੍ਰ ਵਿਚਿਤ੍ਰ ਵਿਮੋਹਤ, ਬਿਰਲਾ ਬੂਝੇ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਪੋਤ ਪੋਤ ਪ੍ਰਭ ਸੋਈ ਰਹਾ। ਜਲਤ ਤਰਾਂਗਰ ਫੇਨ ਬੁਧਵਦਾ, ਜਲ ਤੇ ਭਿੰਨ ਨ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੁਕਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮੰਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖਾ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖਾ ਏ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹਨ, ਓੰਕਾਰ ਪ੍ਰਕਾਸ਼ ਰੂਪ ਹਨ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਕਿਉਂ ਦੁਨੀਆ ਦਾ ਵੀ ਕੋਈ ਗੁਣ ਐਸਾ ਨਹੀਂ ਜਿਹੜਾ ਉਸਤਾਦ ਤੋਂ ਬਿਨਾਂ ਮਿਲੇ। ਹਰ ਚੀਜ਼ ਦਾ ਕੋਈ ਨਾ ਕੋਈ ਗੁਰੂ ਆ, ਉਸਤਾਦ ਆ। ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵੀ ਤੇ ਗੁਰੂ ਦੀ ਲੋੜ ਆ। ਕਹਿੰਦੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਸਾ ਬਾਣੀ ਸ਼੍ਰੀ ਨਾਮਦੇਵ ਜੀ ਕੀ। ਆਸਾ ਆ ਗਿਆ, ਭਗਤ ਨਾਮਦੇਵ ਜੀ ਦੀ ਬਾਣੀ ਹੈ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਕਹਿੰਦੇ ਪਰਮਾਤਮਾ ਹੈਗਾ ਤੇ ਇੱਕੋ ਹੀ ਹੈ, ਪਰ ਉਹ ਆਪਣੀ ਮਾਇਆ ਨੂੰ ਅਨੇਕ ਰੂਪ ਧਾਰੇ ਹੋਏ ਹੈ। ਤੇ ਜੇ ਗਿਆਨ ਨਾ ਦੇਖੀਏ ਫਿਰ ਤਾਂ ਗੱਲ ਇਹ ਹੀ ਹੈ, ਤੇ ਜੇ ਗਿਆਨ ਦ੍ਰਿਸ਼ਟੀ ਹੈ ਫਿਰ ਸਾਰੇ ਜੁਦੇ ਜੁਦੇ ਨਜ਼ਰ ਆਉਂਦੇ। ਪੂਰਕ ਮੈਨੇ ਉਹ ਵਿਆਪਕ ਵੀ ਹੈ, ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ। ਜਿਵੇਂ ਆਕਾਸ਼ ਦੇ ਵਿੱਚ ਚੰਦਰਮਾ ਤੇ ਘੜਿਆਂ 'ਚ ਪਾਣੀ ਪਾ ਕੇ ਰੱਖ ਦਿਓ, ਚਾਹੁੰਦੇ ਕੋਈ ਹੈ। ਜਿੰਨੇ ਘੜੇ ਆ ਇਉਂ ਜੁਦਾ ਜੁਦਾ ਹੋਏਗਾ। ਇਸ ਤਰ੍ਹਾਂ ਪਰਮੇਸ਼ਰ ਹੈ ਇੱਕੋ ਹੀ ਆ, ਵਿਆਪਕ ਰੂਪ ਤੇ ਅਨੇਕਾਂ ਰੂਪਾਂ ਦੇ ਵਿੱਚ ਹੋ ਰਿਹਾ। ਪੂਰਕ, ਸਾਰਿਆਂ ਦੀ ਪਾਲਣਾ ਕਰਨ ਵਾਲਾ ਵੀ ਉਹੀ ਹੈ। ਉੱਠੋ ਤੁਸੀਂ ਸੁੱਤੀਆਂ ਰਹਿਣਾ। ਏਕ ਅਨੇਕ ਵਿਆਪਕ ਪੂਰਕ। ਇੱਕ ਆ, ਅਨੇਕ ਆ, ਵਿਆਪਕ ਆ, ਪੂਰਕ। ਸਾਰੀਆਂ ਜਗ੍ਹਾ 'ਚ ਪੂਰਕ ਮੈਨੇ ਪਾਲਣਾ ਕਰ ਰਿਹਾ। ਜਤ ਦੇਖੋ ਤਤ ਸੋਈ। ਜਿੱਧਰ ਦੇਖੀਏ ਉਹੋ ਹੀ ਦਿਖਾਈ ਦੇ ਰਿਹਾ। ਉਹ ਤੋਂ ਬਿਨਾਂ ਨਹੀਂ ਹੋਰ ਕੋਈ ਵੀ ਹੈਗਾ। ਚਾਰ ਚੁਫੇਰੇ ਉਹੋ ਹੀ ਆ। ਮਾਇਆ ਚਿੱਤਰ ਵਿਚਿੱਤਰ ਵਿਮੋਹਤ, ਬਿਰਲਾ ਬੂਝੈ ਕੋਈ। ਉਹ ਇੱਕ ਵਾਰੀ ਨਾ ਤੇ ਉਹ ਦੁਰਯੋਧਨ ਹਾਂਜੀ ਲੀਲਾ ਨਾਲ ਯੁੱਧ ਹੋਇਆ ਤੇ ਕ੍ਰਿਸ਼ਨ ਮਾਰੇ ਗਏ। ਉਹ ਮਾਰੇ ਤੇ ਲੀਲਾ ਸੀ ਤੇ ਉਹਨੇ ਕਿਹਾ ਵੀ ਅਸੀਂ ਕ੍ਰਿਸ਼ਨ ਨੂੰ ਪਕੜ ਲਿਆ। ਉਹ ਜਿੱਧਰ ਸਾਰੇ ਕ੍ਰਿਸ਼ਨ ਦੇ ਸੀ ਜਾਣ ਤੇ ਅਸੀਂ ਤੇ ਇੱਕ ਫੜਿਆ ਸੀ। ਚਾਰ ਫਿਰ ਹੋ ਗਈ ਹੈ।
ਮਾਇਆ ਚਿੱਤਰ ਵਿਚਿੱਤਰ ਬਮੋਹਤ। ਕਹਿੰਦੇ ਮਾਇਆ ਜਿਹੜੀ ਨਾ ਚਿੱਤਰ ਬੜੀ ਸੁੰਦਰ ਹੈ, ਵਿਚਿੱਤਰ ਅਨੇਕ ਤਰ੍ਹਾਂ ਦੀ ਹੈ, ਕਈ ਤਰ੍ਹਾਂ ਦੇ ਕੌਤਕ ਕਰਦੀ। ਬੇਮੋਹਤ ਉਹਦੇ ਕਰਕੇ ਸਾਰੇ ਜੀਵ ਮੋਏ ਜਾ ਰਹੇ। ਬਿਰਲਾ ਬੁੱਝਿਆ ਕੋਈ, ਕਹਿੰਦੇ ਪਰ ਕੋਈ ਬਿਰਲਾ ਹੈ ਜਿਹੜਾ ਬੁੱਝਦਾ। ਕੋਈ ਐਸਾ ਹੀ ਹੈ ਜਿਹੜਾ ਸੰਸਾਰ ਦੀ ਮੋਹ ਮਮਤਾ ਤੋਂ ਦੂਰ ਹੋ ਕੇ ਉਸ ਪਰਮਾਤਮਾ ਨੂੰ ਬੁੱਝਦਾ। ਨਹੀਂ ਤਾਂ ਸਾਰੇ ਬਸ ਇਸ ਚਿੱਕੜ 'ਚ ਫਸੇ ਹੋਏ ਆ, ਉਹ ਨਿਕਲ ਕੇ ਰਾਜੀ ਥੋੜ੍ਹੀ ਹੈ। ਜਿੱਥੇ ਹਮ ਲਟਕੇ ਆਹਾਂ ਤੁਮ ਲਟਕੋ, ਇਸੇ ਤਰ੍ਹਾਂ ਹੀ ਸੰਸਾਰ ਦਾ ਸਾਰੇ ਦਾ ਬਿਰਲਾ ਕਹਿੰਦੇ ਇਸ ਗੱਲ ਨੂੰ ਬੁੱਝਦਾ। ਤੇ ਹੁਣ ਕਈ ਵਾਰੀ ਉਹ ਪੰਡੇ ਭੋਗ ਵੀ ਲਵਾਉਂਦੇ ਆ। ਉਹ ਜਿਵੇਂ ਮਾਤਾ ਕ੍ਰਿਸ਼ਨ ਮਹਾਰਾਜ ਦੀ ਸੀ ਨਾ, ਤੇ ਉਹ ਪੰਡਤ ਨੂੰ ਕਿਹਾ ਮਹਾਰਾਜ ਭਈ ਬਾਬਾ ਪਾਣੀ ਛਕ ਲਓ। ਉਹ ਫਿਰ ਕਰਮਕਾਂਡੀ ਆਪ ਬਣਾਉਂਦੇ ਆ। ਚੌਂਕ ਚੌਂਕ ਪੂਰੇ ਜਿਹੜੇ ਬਣਾ ਲਿਆ, ਭੋਗ ਲਾਉਣ ਲੱਗਾ ਤੇ ਕ੍ਰਿਸ਼ਨ ਮਹਾਰਾਜ ਉਸ ਵੇਲੇ ਬਾਲ ਸਰੂਪ ਸੀ। ਉਹ ਆ ਗਿਆ ਚੱਕ ਕੇ ਛਕਣ ਲੱਗ ਪਿਆ। ਪੰਡਾ ਤਾਂ ਬੜਾ ਗੁੱਸੇ ਨਾਲ ਭਰ ਗਿਆ ਵੀ ਮੈਂ ਇੰਨੀ ਮਿਹਨਤ ਨਾਲ ਬਣਾਇਆ ਹੀ ਨਹੀਂ, ਨਿਆਣੇ ਬੜੇ ਵਿਗਾੜੇ ਹੋਏ ਆ, ਤੇ ਆ ਕੇ ਖਾਣ ਲੱਗ ਪਿਆ। ਉਹਨੇ ਫੇਰ ਮਿਹਨਤ ਅੱਲਾ ਕੀਤਾ, ਮਾਰਾ ਨਿਆਣਾ ਸੀ, ਪਤਾ ਨਾ ਮਾਫ ਕਰ ਦਿਓ, ਹੋਰ ਰਾਸਤੇ ਲੈ ਲਓ, ਬਣਾ ਲਓ। ਫੇਰ ਵਿਚਾਰੇ ਨੇ ਬਣਾਇਆ। ਉਹ ਜਿਹੜੇ ਫੇਰ ਅਰਦਾਸ ਕਰਨ ਲੱਗਾ, ਫੇਰ ਆ ਗਿਆ। ਇਹ ਤਾਂ ਜ਼ਿਆਦਾ ਹੀ ਪਾਂਪੜਦਾਸ ਬਣ ਗਿਆ। ਫੇਰ ਮਿਹਨਤ ਅੱਲਾ ਕੀਤੀ ਜੀ। ਉਹ ਕ੍ਰਿਸ਼ਨ ਮਹਾਰਾਜ ਕਹਿੰਦੇ ਨਾ ਤਾਂ ਭੋਗ ਲਾਉਣਾ ਵੀ ਮਹਾਰਾਜ ਛਕੋ, ਜਿਹੜੇ ਮੈਂ ਛਕਣ ਉਹਨਾਂ ਤੇ ਤੂੰ ਇਹ ਕੰਮ ਕਰ ਲੈਣਾ। ਬੁੱਧੀ ਦੇ ਪੜਦਾ ਇਹ ਪਿਆ, ਇਹ ਨਹੀਂ ਸਮਝ ਆਈ ਕਿ ਉਹ ਤਾਂ ਆਪ ਹੀ ਆਏਗਾ। ਇਸ ਤਰ੍ਹਾਂ ਦਿਮਾਗ ਤੇ ਪੜਦਾ ਭੋਗ ਲਵਾਏਗਾ। ਜਿਹਨੂੰ ਭੋਗ ਲਵਾਉਂਦਾ ਜੇ ਉਹ ਆ ਜਾਏ, ਇਹ ਬਰਦਾਸ਼ਤ ਨਹੀਂ ਕਰਦਾ। ਪੱਥਰ ਦੀ ਮੂਰਤੀ ਦੇਖ ਰਿਹਾ ਤੇ ਜੇ ਚੇਤਨ ਆਪ ਆ ਜਾਏ ਤੇ ਫੇਰ ਇਹ ਬੁੱਧੀ ਦੇ ਉੱਤੇ ਇਹੋ ਜਿਹਾ ਦੇਖ ਲਓ ਮਾਇਆ ਦਾ ਪੜਦਾ ਪਿਆ। ਮਾਇਆ ਚਿੱਤਰ ਵਿਚਿੱਤਰ ਬਮੋਹਤ। ਮਾਇਆ ਕਹਿੰਦੇ ਜਿਹੜੀ ਚਿੱਤਰ ਬੜੀ ਸੁੰਦਰ ਹੈ। ਚਿੱਤਰਕਾਰੀ ਕੋਈ ਚੀਜ਼ ਕੀਤੀ ਹੋਈ ਸੋਹਣੀ ਲੱਗਦੀ। ਵਿਚਿੱਤਰ ਅਨੇਕ ਤਰ੍ਹਾਂ ਦੀ ਹੈ। ਬੇਮੋਹਤ ਉਹਦੇ ਕਰਕੇ ਸਾਰੇ ਜੀਵ ਮੋਹ ਹੋ ਰਹੇ। ਬਿਰਲਾ ਬੁੱਝਿਆ ਕੋਈ, ਕਹਿੰਦੇ ਬਿਰਲਾ ਹੀ ਆ ਜਿਹੜਾ ਜੀਵ ਇਸ ਬ੍ਰਹਮ ਨੂੰ ਬੁੱਝਦਾ। ਨਹੀਂ ਤਾਂ ਭਰਮ ਚੱਕਰ ਚ ਦੁਨੀਆ ਪਈ ਹੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕਹਿੰਦੇ ਸਾਰੇ ਹੀ ਹੈ ਕਿ ਰੱਬ ਹੈਗਾ। ਹੁਣ ਮੁਸਲਮਾਨ ਮੱਕੇ ਦੂਰ ਨੂੰ ਮੱਥਾ ਟੇਕਣ ਦਿੰਦੇ, ਕਹਿੰਦੇ ਫਲਾਨਾ ਕਾਫਰ ਉਹ ਜਾ ਨਹੀਂ ਸਕਦਾ। ਤੇ ਜੇ ਸਾਰਿਆਂ 'ਚ ਆ ਤੇ ਫਿਰ ਕਾਫਰਾਂ 'ਚ ਹੈ ਨਹੀਂ ਕਿ ਨਹੀਂ। ਇਸ ਤਰ੍ਹਾਂ ਦੂਜੇ ਜਿਹੜੇ ਆ ਉਹਨਾਂ ਦੇ ਮੰਦਿਰ ਜੋ ਕਹਿੰਦੇ ਉੱਥੇ ਨਹੀਂ ਜਾਂ ਉਧਰ ਨਹੀਂ ਕੋਈ ਜਾ ਸਕਦਾ। ਤੇ ਇਸ ਵਾਸਤੇ ਦੇਖ ਲਓ ਕਈ ਸਾਰੇ ਜਾਂਦੇ ਕਿ ਪਰ ਇੱਕ ਦੇ ਮਨ ਟਿਕਦਾ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਾਰੇ ਕਹਿੰਦੇ ਗੋਬਿੰਦ ਆ, ਗੋਬਿੰਦ ਆ, ਪਰਮਾਤਮਾ ਆ, ਪਰਮਾਤਮਾ। ਗੋਬਿੰਦ ਬਿਨ ਨਹੀਂ ਕੋਈ, ਕਹਿੰਦੇ ਗੋਬਿੰਦ ਤੋਂ ਬਿਨਾਂ ਤਾਂ ਹੋਰ ਕੋਈ ਹੈ ਨਹੀਂ। 3 ਵਾਰੀ ਕਿਹਾ, ਤਿੰਨਾਂ ਗੱਲਾਂ 'ਚ ਉਹ ਹੋਈ ਹੈ। ਪਿੱਛੇ ਹੈ ਜਿਹੜਾ ਭੂਤਕਾਲ ਸੀ, ਹੁਣ ਵਰਤਮਾਨ ਹੈ, ਜਿਹੜਾ ਭਵਿੱਖ ਲਗਾ ਲਿਆ, ਤਿੰਨਾਂ ਕਾਲਾਂ 'ਚ ਵੀ ਉਹ ਹੋਈ। ਉਦੋਂ ਇਹਨਾਂ ਨਹੀਂ ਕੋਈ। ਹੁਣ ਦ੍ਰਿਸ਼ਟਾਂਤ ਦਿੰਦੇ ਕਿਵੇਂ, ਸੂਤ ਏਕ ਮਨ ਸਤ ਸਹੰਸ ਜੈਸੇ। ਕਹਿੰਦੇ ਜਿਵੇਂ ਸੂਤ ਇੱਕੋ ਹੀ ਹੁੰਦਾ, ਉਹਦੀਆਂ ਮਣੀਆਂ ਬਣ ਕੇ 7 ਸੈਂਕੜੇ ਹੋ ਜਾਂਦੇ ਆ, ਸਹੰਸ ਹਜ਼ਾਰਾਂ ਸੂਤ ਦੇ ਹੋਏ ਜਾਂਦੇ, ਉਹਦੇ 'ਚ ਉਹ ਪਰੋਈ ਜਾਂਦੇ ਆ। ਹਾਂਜੀ, ਓਤ ਪੋਤ ਪ੍ਰਭ ਸੋਈ। ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਓਤ ਪ੍ਰੋਤ ਤਾਣੇ ਪੇਟੇ ਦੇ ਅੰਦਰ ਬਾਹਰ ਸਾਰਿਆਂ ਰੂਪਾਂ 'ਚ ਆਪੇ। ਜਿਵੇਂ ਹੁਣ ਮਾਲਾ ਬਣਾਈ ਆ, ਉਹਨਾਂ ਦੀ ਬਣਾਈ ਆ। ਹੁਣ ਮਣਕਿਆਂ ਕਰਕੇ ਤਾਂ ਜੁਦੀ ਜੁਦੀ ਨਜ਼ਰ ਆਉਂਦੀ ਹੈ। ਤੇ ਜੇ ਆਪਾਂ ਮਣ ਕੇ ਛੱਡ ਕੇ ਉਹਨੇ ਦੇਖੀਏ, ਉਹਨੇ ਇੱਕ ਆ ਕਿ 2 ਆ?
ਮਾਲਾ ਨਾ ਹੁਣ ਮਣਕਿਆਂ ਕਰਕੇ ਜੁਦੀ ਜੁਦੀ ਲੱਗਦੀ ਹੈ। ਹੁਣ ਇੱਕ ਤਾਂ ਹੁੰਦੇ ਨਾ ਧਾਗਾ ਪਾਇਆ ਮਣ ਕੇ ਦੂਏ ਆ, ਇਹ ਸਾਰੇ ਉੱਨ ਦੀ ਹੈ ਜਾਂ ਸੂਤ ਦੀ ਹੈ। ਇਹ ਹੁਣ ਸੂਤ ਜਿਹੜਾ ਆ ਤੇ ਮਾਲਾ ਦੋ ਆ ਕਿ ਇੱਕ ਆ? ਇੱਕ ਆ ਨਾ। ਤੇ ਅਗਿਆਨ ਕਰਕੇ ਜਾਣੀ ਜਦੋਂ ਜਦੋਂ ਲੱਗਦਾ, ਜਿਹੜਾ ਵਿਚਾਰਵਾਨ ਉਹ ਕਹੂਗਾ ਕਿ ਇਹ ਤਾਂ ਸਾਰਾ ਸੂਤ ਹੀ ਹੈ, ਇਹ 'ਚ ਫਰਕ ਨਹੀਂ ਕੋਈ। ਇਸ ਤਰ੍ਹਾਂ ਗਿਆਨ ਕਰਕੇ ਸ੍ਰਿਸ਼ਟੀ ਅਗਿਆਨੀਆਂ ਨੂੰ ਕਈ ਤਰ੍ਹਾਂ ਦੀ ਨਜ਼ਰ ਆਉਂਦੀ ਆ। ਜਿਹੜੇ ਗਿਆਨਵਾਨ ਆ ਉਹ ਸਾਰਿਆਂ 'ਚ ਕੁਝ ਦਿਖਦਾ। ਜਿਵੇਂ ਹੁਣ ਆਪਣੇ ਪੁੱਤ 'ਚ ਰੱਬ ਦੀਦਾ, ਗੁਆਂਢੀ ਦੇ 'ਚ ਦੀਦਾ। ਗੁਆਂਢੀ ਦੁਖੀ ਹੋਵੇ ਤਾਂ ਆਪਾਂ ਨੂੰ ਕਦੀ ਹੋਇਆ ਵੀ ਦੁਖੀ, ਸਗੋਂ ਹੱਸਾਂਗੇ ਵੀ ਚੰਗਾ ਚੰਗਾ ਫਸਿਆ ਹੈ। ਇਹਨੇ ਇਵੇਂ ਹੋਣੀ ਚਾਹੀਦੀ। ਤੇ ਜੇ ਆਪਣਾ ਹੋਵੇ, ਮਾੜੇ ਜਿਹੇ ਪੂਨੇ ਬਲੈਤ ਤੋਂ ਆ ਜਾਏ, ਉਦੋਂ ਡਾਟ ਪੈਣ ਲੱਗ ਜਾਂਦਾ। ਕਹਿ ਦਿੰਦੇ ਆ, ਪਰ ਦੂਏ 'ਚ ਦੂਆ ਕੌਣ ਦੇਖਦਾ? ਉਹ ਤਾਂ ਕੋਈ ਗਿਆਨਮਾਨ ਜਿਹੜਾ ਉਹ ਇਹ ਗੱਲ ਸਮਝਦਾ। ਓਤ ਪੋਤ ਪ੍ਰਭ ਸੋਈ, ਉਹ ਜਿਹੜਾ ਪਰਮਾਤਮਾ ਉਹ ਓਤ ਪੋਤ, ਜਿਵੇਂ ਤਾਣਾ ਬਾਣਾ ਹੁੰਦਾ ਨਾ, ਇਸ ਤਰ੍ਹਾਂ ਅੰਦਰ ਬਾਹਰ ਉਹ ਆਪ ਹੀ। ਤੇ ਜਿਹੜਾ ਇੱਥੇ ਪਹੁੰਚ ਜਾਂਦਾ, ਤੇ ਭਗਤ ਜੀ ਦੇ ਘਰੋਂ ਕਿਤੇ ਗਈ ਹੋ ਸੀ ਮਾਤਾ, ਤੇ ਪ੍ਰਸ਼ਾਦੇ ਬਣਾਉਣੇ ਪਏ। ਜਿਹੜੇ ਬਣਾਉਂਦੇ ਸੀ ਨਾ, ਤੇ ਭਗਵਾਨ ਨੇ ਕਿਹਾ ਦੇਖੀਏ ਵੀ ਦੇਖਦਾ ਸਾਰਿਆਂ ਨੇ। ਤੇ ਉਹ ਆਪਣੀ ਸ਼ਕਤੀ ਨਾਲ ਮਾਇਕੀ ਰਚਨਾ ਕਰਕੇ ਇੱਕ ਕੁੱਤਾ ਬਣਾਤਾ। ਤੇ ਉਹ ਪ੍ਰਸ਼ਾਦੇ ਉੱਧਰ ਬਣਾਉਂਦੇ ਸੀ। ਆ ਬੁਰਕ ਭਰਿਆ ਤੋਂ ਲੈ ਕੇ ਤੁਰ ਪਿਆ। ਜਿਹੜੇ ਦੇਖਿਆ ਪ੍ਰਸ਼ਾਦੇ ਲਈ ਜਾਂਦਾ, ਮਗਰ ਇਹ ਘੇ ਦਾ ਕੁਝਾ ਲੈ ਕੇ ਦੌੜ ਪਿਆ ਕਿ ਮੈਂ ਚੋਪੜ ਕੇ ਖਾਊਂਗਾ ਤਾਂ ਤੂੰ ਰੁਕੀਆਂ ਖਾਏਗਾ। ਤੇ ਮਹਾਰਾਜ ਉਹ ਤਾਂ ਮਾਇਆ ਦੀ ਰਚਨਾ ਸੀ, ਭੌਤਿਕ ਸੀ ਪ੍ਰਗਟ, ਉਹਦੇ ਪ੍ਰਗਟ ਹੋ ਗਿਆ। ਕਹਿੰਦੇ ਤੂੰ ਕੁੱਤਿਆਂ 'ਚ ਵੀ ਤਾਂ ਹੈ, ਕਹਿੰਦੇ ਸਾਰਿਆਂ 'ਚ ਉਹੀ, ਤੇਰੇ ਬਿਨਾਂ ਹੈ ਕੌਣ? ਕਹਿੰਦੇ ਨਾ ਮੈਂ ਹੁਣ ਤੈਨੂੰ ਨਹੀਂ ਕੋਈ ਭੁਲਾ ਸਕਦਾ। ਤੇ ਬੰਦੇ ਨੂੰ ਤਾਂ ਬੰਦੇ 'ਚ ਵੀ ਨਹੀਂ ਦੀਦਾ, ਤੇ ਦੀਦਾ ਕਿੰਨੀ ਨਫ਼ਰਤ ਹੈ, ਕਿੰਨੀ ਈਰਖਾ ਇੱਕ ਦੂਏ 'ਚ ਭਰੀ ਹੋਈ ਹੈ, ਜ਼ਹਿਰ ਭਰੀ ਹੋਈ ਹੈ। ਪਰ ਜਿਹੜੇ ਗਿਆਨਵਾਨ ਆ ਉਹਨਾਂ ਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ, ਉਹ ਸਾਰਿਆਂ 'ਚ ਉਹਦੀ ਜੋਤ ਦੇਖਦੇ। ਕਹਿੰਦੇ ਸਾਰਿਆਂ 'ਚ ਅੰਦਰ ਬਾਹਰ ਉਹ ਹੋਈ ਆ। ਜਲ ਤਰਾਂਗਰ ਫੇਨ ਬੁੱਧ ਵਧਾ, ਜਲ ਤੇ ਭਿੰਨ ਨਾ ਹੋਈ। ਹੁਣ ਅੱਗੇ ਦ੍ਰਿਸ਼ਟਾਂਤ ਹੋਰ ਦਿੱਤਾ। ਕਹਿੰਦੇ ਜਿਵੇਂ ਜਲ ਦੀਆਂ ਤਰੰਗ ਲਹਿਰਾਂ ਪਾਣੀ 'ਚ ਉੱਠਦੀਆਂ ਨਾ, ਵੇਵਜ਼ ਉੱਠਦੀਆਂ, ਤੇ ਫਿਰ ਫੇਨ ਵਿੱਚ ਝੱਗ ਆਉਂਦੀ ਹੈ। ਬੁੱਧ ਵਧੇ ਭੂਪੜੇ ਜਿਹੇ ਪੈਦਾ ਹੁੰਦੇ। ਕਹਿੰਦੇ ਜਿੰਨੇ ਵੀ ਇਹ ਜਲ ਤੋਂ ਭਿੰਨਿਆ ਕਿ ਜਲ ਦਾ ਰੂਪ ਆ, ਜਲ ਚੋਂ ਪੈਦਾ ਹੁੰਦੇ ਆ, ਜਲ ਦਾ ਹੀ ਰੂਪ ਆ, ਜਲ ਤੋਂ ਵੱਖਰੇ ਨਹੀਂ। ਚਾਹੇ ਉਹ ਲਹਿਰ ਆ, ਚਾਹੇ ਫੇਨ ਝਾਗਿਆ, ਚਾਹੇ ਬੁੱਧ ਵਧਿਆ, ਉਹ ਕਹਿੰਦੇ ਪਾਣੀ ਤੋਂ ਭਿੰਨ ਨਹੀਂ ਹੈ। ਜੇ ਵਿਚਾਰ ਕਰਨੇ ਤਾਂ ਦੇਖੀਏ ਤੇ ਸਾਰਾ ਉਹ ਪਾਣੀ ਦਾ ਰੂਪ ਆ, ਹੈ ਜਲ ਦਾ ਹੀ ਰੂਪ ਆ। ਤੇ ਜਿਹੜਾ ਅੰਕੂਲ ਹੈ ਇਹ ਕਿਵੇਂ ਹੋ ਗਿਆ? ਇਹ ਝੱਗ ਜੁਦੀ ਹੈ, ਭੂਪੜਾ ਜੁਦਾ ਹੈ। ਉਹ ਮੰਨੂਗਾ? ਉਹ ਕਹਿੰਦੇ ਤੂੰ ਗੱਪ ਮਾਰ ਰਿਹਾ, ਇਹ ਜੁਦੇ ਜੁਦੇ ਹੈ। ਜਿਹੜਾ ਗਿਆਨਮਨ ਕਹਿੰਦਾ ਵੀ ਪਾਣੀ ਤੋਂ ਬਿਨਾਂ ਉਹਨਾਂ ਦਾ ਵਜੂਦ ਕੋਈ ਨਹੀਂ, ਪਾਣੀ 'ਚੋਂ ਪੈਦਾ ਹੁੰਦੇ, ਉਹ ਤੋਂ ਭਿੰਨ ਨਹੀਂ ਹੈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋ। ਇਸੇ ਤਰ੍ਹਾਂ ਕਹਿੰਦੇ ਜਿੰਨਾ ਸੰਸਾਰ ਹੈ ਇਹ ਸਾਰਾ ਪਾਰ ਬ੍ਰਹਮ ਪਰਮੇਸ਼ਰ ਦੀ ਲੀਲਾ ਹੈ, ਉਹਦੀ ਲੀਲਾ ਬਣਾਈ ਹੋਈ ਹੈ। ਇਹ ਰੱਬ ਦਾ ਬਹੁਤ ਵੱਡਾ ਸਿਲਮਾ ਆ। ਗੰਦੇ ਸਿਲਮੇ ਦੇਖਦੇ ਆ, ਸਾਰਾ ਸੰਸਾਰ ਹੀ ਉਹਦਾ ਸਿਲਮਾ। ਕਹਿੰਦੇ ਇਹ ਪ੍ਰਪੰਚ ਜਿੰਨਾ ਵੀ ਨਜ਼ਰ ਆ ਰਿਹਾ ਸੰਸਾਰ, ਇਹ ਪਾਰ ਬ੍ਰਹਮ ਪਰਮੇਸ਼ਰ ਦੀ ਲੀਲਾ ਉਹਨੂੰ ਰਚੀ ਹੋਈ ਹੈ। ਵਿਚਰਤ ਆਨ ਨਾ ਕੋਈ। ਕਹਿੰਦੇ ਵਿਚਰਮਨ ਜੇ ਵਿਚਾਰ ਕਰੀਏ, ਹਾਂਜੀ ਕਹਿੰਦੇ ਉਸ ਪਰਮਾਤਮਾ ਤੋਂ ਭਿੰਨ ਕੁਛ ਵੀ ਨਹੀਂ। ਇਹ ਤਾਂ ਸਾਰਾ ਬ੍ਰਹਮ ਰੂਪ ਹੀ ਭਾਸਦਾ, ਉਹਨਾਂ ਨੂੰ ਦੂਜਾ ਨਜ਼ਰ ਹੀ ਨਹੀਂ ਕੋਈ ਆਉਂਦਾ। ਉਹ ਸਾਰਿਆਂ 'ਚ ਫਿਰ ਉਹੀ ਦੇਖਦੇ। ਉਹਨੂੰ ਮੀਰਾਂ ਬਾਈ ਜੀ ਨੇ ਉਹਨੇ ਸ਼ਰਾਰਤ ਕੀ ਕੀਤੀ ਵੀ ਹਟਦੀ ਨਹੀਂ ਇਹ, ਸਾਧਾਂ ਸੰਤਾਂ ਦੀ ਸੰਗਤ ਕਰਦੀ।
ਉਹਨੇ ਪਟਾਰੀ 'ਚ ਇੱਕ ਸੱਪ ਬੰਦ ਕਰ ਦਿੱਤਾ। ਝੂਠਾ ਕਹਿ ਦਿੱਤਾ ਵਿੱਚ ਕ੍ਰਿਸ਼ਨ ਦੇ ਗਹਿਣੇ ਤੇ ਜਿਲੇ ਕੱਢੂਗੀ ਆਪ ਡੰਗ ਮਾਰੂਗਾ, ਮਰ ਜੂਗੀ, ਕੰਮ ਨਹੀਂ ਕਰੂ। ਉਹ ਜਿਲੇ ਉਹਨੇ ਚੱਕਿਆ ਕਾਲਾ ਨਾਗ, ਹੁਣ ਜਾ ਕੇ ਗਲ ਪੰਜਾਬ ਪਾ ਲਿਆ। ਕਹਿੰਦੇ ਕ੍ਰਿਸ਼ਨ ਮਹਾਰਾਜ ਤੁਸੀਂ ਸਿਰ ਵੀ ਦਰਸ਼ਨ ਦੇਣ ਆਏ, ਉਹਨੂੰ ਡੰਗੇ ਨਹੀਂ ਮਾਰਿਆ। ਦ੍ਰਿਸ਼ਟੀ ਬਣ ਗਈ। ਕਹਿਣਾ ਸੌਖਾ ਹੈ, ਦ੍ਰਿਸ਼ਟੀ ਬਣਾਉਣੀ ਬਹੁਤ ਔਖੀ। ਜੇ ਕਹਿੰਦੇ ਵਿਚਾਰ ਕੇ ਦੇਖੀਏ, ਆਨ ਹੋਈ ਆਨ ਦੂਸਰਾ ਉਹ ਤੋਂ ਭਿੰਨ ਕੋਈ ਨਹੀਂ, ਉਹਨਾਂ ਨੂੰ ਸਾਰੇ ਪਰਮਾਤਮਾ ਰੂਪ ਹੀ ਪਾਸਦਾ ਹੈ। ਹੁਣ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਦੇ ਲਓ ਭਜਨ ਚਾਰਨ ਗਏ, ਸੂਰੀ ਦੀ ਧੁੱਪ ਆ ਗਈ ਤੇ ਸੱਪ ਜਿਹੜਾ ਸ਼ੇਸ਼ਨਾਗ ਫਨ ਫੈਲਾ ਰਿਹਾ ਹੈ, ਚਿਹਰੇ ਤੇ ਵੀ ਧੁੱਪ ਨਾ ਆ ਜਾਏ। ਉਹਦੇ ਰਾਏਵਾਲਾ ਜੀ ਆਉਂਦੇ ਸੀ, ਜਿਹੜੇ ਦੇਖਿਆ ਕਹਿੰਦੇ ਤਾਂ ਮਹਿਤਾ ਸਾਹਿਬ ਦੇ ਸਾਹਿਬਜ਼ਾਦੇ, ਚਿੱਟਾ ਦੁੱਧ ਰੰਗਾ ਸੱਪ ਸੀ। ਉਹ ਜਿਹੜੇ ਆਏ ਵੀ ਡੰਗ ਵੀ ਨਹੀਂ ਮਾਰਿਆ, ਉਹ ਦੇਖ ਕੇ ਲੋਕ ਹਾਂਜੀ ਇਸ ਤਰ੍ਹਾਂ ਉਹਨੇ 2-3 ਘਟਨਾਵਾਂ ਦੇਖੀਆਂ, ਫੇਰ ਹੋਇਆ ਵੀ ਤਾਂ ਲੀਲਾ ਹੋ ਰਿਹਾ। ਇਸ ਕਰਕੇ ਫਿਰ ਜਿੰਨੇ ਜੀਵ ਜੰਤੂ ਆ ਉਹ ਵੀ ਉਹਨਾਂ ਦੇ ਸਹਾਇਕ ਬਣ ਜਾਂਦੇ ਆ। ਮਿਥਿਆ ਭਰਮ ਅਰ ਸੁਪਨ ਮਨੋਰ ਸਤ ਪਦਾਰਥ ਦੇ ਕਹਿੰਦੇ ਜਿੰਨੇ ਵੀ ਪਦਾਰਥ ਆ, ਜਿਵੇਂ ਸੁਪਨੇ ਦੇ ਵਿੱਚ ਬੰਦਾ ਸੁਪਨਾ ਦੇਖਦਾ ਨਾ, ਮਨੋਰਾਜ ਕਰਦਾ ਤੇ ਉਹ ਸਾਰੇ ਮਿਥਿਆ ਝੂਠੇ। ਜਿੰਨੇ ਚਿਰ ਦਾ ਸੁਪਨਾ ਉਹਨਾਂ ਚਿਰ ਤਾਂ ਸੱਚੇ ਆ। ਜਿਲੇ ਜਾਗ ਪਿਆ, ਹੁਣ ਸੁਪਨੇ 'ਚ ਕੋਈ ਰਾਜਾ ਬਣ ਗਿਆ, ਮਹਿਲ ਹੈ ਬੜੇ ਸੋਹਣੇ ਬੈਡਾਂ 'ਤੇ ਪਿਆ, ਤਰ੍ਹਾਂ ਤਰ੍ਹਾਂ ਦੇ ਖਾਣੇ, ਉਦੋਂ ਖੁਸ਼ ਬੜਾ ਹੋਊਗਾ। ਤੇ ਜਿਲੇ ਜਾਗੂਗਾ ਕਹਿਣਾ ਮੈਂ ਤਾਂ ਉਹੀ, ਇਹ ਤਾਂ ਝੂਠਾ ਹੀ ਸੀ। ਇਸ ਤਰ੍ਹਾਂ ਸੰਸਾਰ ਸਾਰਾ ਸੁਪਨੇ ਦੀ ਨਹੀਂ ਆਇਆ ਔਰ ਭਰਮ ਕਰਕੇ ਹੁਣ ਜਿਵੇਂ ਹਨੇਰੇ 'ਚ ਕਈ ਰੱਸੀ ਸੱਪ ਨਜ਼ਰ ਆਉਂਦੀ ਹੈ, ਜਿਹੜੇ ਲਾਈਟ ਨੇ ਕੀ ਕਹਿਣਾ ਤੇ ਰੱਸੀ, ਉਹ ਭਰਮ ਸੀ ਨਾ, ਰੱਸੀ ਨੂੰ ਸੱਪ ਸਮਝਦਾ। ਤੇ ਜਿਹੜੇ ਪ੍ਰਕਾਸ਼ ਹੋ ਗਿਆ ਪਤਾ ਲੱਗਦਾ ਰੱਸੀ ਹੈ, ਫਿਰ ਡਰਦਾ ਵੀ ਹੈ। ਮਿਥਿਆ ਭਰਮ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਕਹਿੰਦੇ ਇਸ ਕਰਕੇ ਹਾਂਜੀ ਭਰਮ ਦੇ ਵਿੱਚ ਪਦਾਰਥ ਭਾਵੇਂ ਝੂਠੇ ਆ, ਉਹਨਾਂ ਨੂੰ ਸੱਚਾ ਕਰਕੇ ਜਾਣਦਾ। ਸੱਚਾ ਕਰਕੇ ਜਾਣਦਾ। ਸੁਕਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ। ਕਹਿੰਦੇ ਜਿਹੜੇ ਪੁੰਨ ਰੂਪੀ ਮਨਸਾ ਜਿਹੜੀ ਬੁੱਧੀ ਹੈ, ਭਾਵ ਕੀ ਹੈ, ਸਿੱਖਿਆ ਗ੍ਰਹਿਣ ਕਰ ਲਈ, ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰ ਲਿਆ। ਇਹ ਜਿਹੜੀ ਪੁੰਨਾਂ ਵਾਲੀ ਬੁੱਧੀ ਸੀ ਹਾਂਜੀ, ਤੇ ਫਿਰ ਉਹਦੇ ਦੁਆਰਾ ਜਿਹੜਾ ਗੁਰੂ ਦਾ ਉਪਦੇਸ਼ ਸੀ ਉਹਨੂੰ ਧਾਰਨ ਕਰਨ ਵਾਲਾ ਬਣ ਗਿਆ ਗੁਰ ਉਪਦੇਸ਼। ਸੁਕਰਤ ਮਨਸਾ, ਸੁਕਰਤ ਮੈਨੇ ਜਿਹੜੀ ਪੁੰਨਾਂ ਵਾਲੀ ਮਨਸਾ ਬੁੱਧੀ ਸੀ ਗੁਰੂ ਦੇ ਉਪਦੇਸ਼ ਦੁਆਰਾ ਹਾਂਜੀ, ਤੇ ਜਦੋਂ ਸੋਝੀ ਆ ਗਈ ਜਾਗਤ ਹੀ ਮਨ ਮੰਨਿਆ। ਜਦੋਂ ਕਹਿੰਦੇ ਜਿਹੜੀ ਪੁੰਨਾਂ ਵਾਲੀ ਬੁੱਧੀ ਹੈ ਸਤਿਗੁਰਾਂ ਦੇ ਉਪਦੇਸ਼ੀ ਬਣ ਗਏ, ਉਹਨਾਂ ਦੇ ਵਿਚਾਰ ਲੈਣ ਵਾਲੇ ਬਣ ਗਏ, ਅਧਿਕਾਰੀ ਸਿੱਖ ਬਣ ਗਏ। ਫਿਰ ਗਿਆਨ ਅਵਸਥਾ ਹੋ ਗਈ। ਕਹਿੰਦੇ ਫਿਰ ਕਿ ਜਿਹੜਾ ਪਰਮਾਤਮਾ ਸੀ ਉਹ ਦਵੈਸ਼ ਤੋਂ ਰਹਿਤ, ਉਹ ਤੇ ਮਨ ਮੰਨ ਗਿਆ। ਭਾਵ ਕਿ ਉਹਦੀ ਦ੍ਰਿਸ਼ਟੀ ਜਿਹੜੀ ਸੀ ਨਾ ਉਹ ਬ੍ਰਹਮ ਦ੍ਰਿਸ਼ਟੀ ਬਣ ਗਈ। ਜੁਦੀ ਜੁਦੀ ਦ੍ਰਿਸ਼ਟੀ ਹੈ ਨਾ, ਬੈਰੀ ਬੈਰੀ ਦੀ ਦ੍ਰਿਸ਼ਟੀ ਨਾਲ ਦੇਖਦਾ, ਲੋਭੀ ਲੋਭੀ ਦੀ ਦ੍ਰਿਸ਼ਟੀ ਦੇਖਦਾ, ਜਿਹੜਾ ਬਕਾਰੀ ਉਹ ਬਕਾਰ ਦ੍ਰਿਸ਼ਟੀ ਨਾਲ, ਜਿਹੜਾ ਚੋਰ ਹੈ ਚੋਰ ਦੀ ਦ੍ਰਿਸ਼ਟੀ ਨਾਲ ਦੇਖਦਾ। ਜਿਹੋ ਜਿਹਾ ਮਨ ਹੈ ਉਹੋ ਜਿਹੀ ਭਾਵਨਾ ਨਾਲ ਦੇਖੂਗਾ। ਜਿਹੋ ਜਿਹਾ ਐਨਕ ਲਾ ਲਓ ਉਹੋ ਜਿਹਾ ਦੀਦਾ ਨਾ, ਹੈਂ ਅੱਖਾਂ ਉਹੀ ਹੈ। ਜੇ ਕਾਲੀ ਐਨਕ ਹੈ ਫਿਰ ਚਿੱਟੀਆਂ ਚੀਜ਼ਾਂ ਥੋੜ੍ਹੀ ਦੇਖਣਗੀਆਂ, ਹਰੀਆਂ ਤੇ ਹਰੀਆਂ ਦੇਖਣਗੀਆਂ। ਇਸ ਤਰ੍ਹਾਂ ਅੱਖਾਂ ਉਹੀ, ਅੱਖਾਂ ਤੇ ਇੱਕ ਸ਼ੀਸ਼ੇ ਆ, ਅੰਦਰ ਮਨ ਆ, ਜੇ ਉਹਦੀ ਬਿਰਤੀ ਆ ਉਹੋ ਜਿਹਾ ਦੇਖਦਾ, ਉਹੋ ਜਿਹਾ ਦੇਖਦਾ। ਤੇ ਜਦੋਂ ਕਹਿੰਦੇ ਗੁਰੂ ਦਾ ਉਪਦੇਸ਼ੀ ਬਣ ਗਿਆ, ਗਿਆਨ ਦ੍ਰਿਸ਼ਟੀ ਹੋ ਗਈ, ਫਿਰ ਜਾਗਤ ਹੀ ਮਨ ਮੰਨਿਆ। ਜਾਗ ਪਿਆ ਗਿਆਨ, ਜਾਗਰ ਸੋਝੀ ਆ ਗਈ, ਨਹੀਂ ਤਾਂ ਗਿਆਨ ਦੀ ਨੀਂਦ ਸੁੱਤਾ ਆ। ਜਿਲੇ ਜਾਗ ਪਿਆ ਬ੍ਰਹਮ ਦ੍ਰਿਸ਼ਟੀ ਹੋ ਗਈ। ਇਹ ਭਗਤ ਜੀ ਕਹਿੰਦੇ ਸਾਰਿਆਂ ਪਰਮਾਤਮਾ ਦੇ
ਨਹੀਂ ਫਿਰ ਦੀਦਾ ਕੋਈ। ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੇ। ਭਗਤ ਨਾਮਦੇਵ ਜੀ ਕਹਿੰਦੇ ਹਨ ਇਹ ਜਿੰਨੀ ਰਚਨਾ ਪਰਮਾਤਮਾ ਦੀ ਆ, ਇਹਨੂੰ ਹਿਰਦੇ 'ਚ ਵਿਚਾਰ ਕੇ ਦੇਖੋ। ਜਿੰਨੀ ਰਚਨਾ ਪਰਮਾਤਮਾ ਨੇ ਰਚਾਈ ਹੈ ਇਹਨੂੰ ਆਪਣੇ ਮਨ 'ਚ ਵਿਚਾਰ ਕੇ ਦੇਖੋ। ਘਟ ਘਟ ਅੰਤਰ ਸਨ ਨਿਰੰਤਰ ਕੇਵਲ ਏਕ ਮੁਰਾਰੀ। ਘਟਾਂ ਘਟਾਂ ਸਾਰੇ ਹਿਰਦੇ ਨਿਰੰਤਰ ਇੱਕ ਰਸ ਅੰਤਰ ਤੋਂ ਰਹਿਤ। ਜਿੰਨੇ ਸਰੀਰ ਦੇ ਰੋਮ ਰੋਮ ਇੱਕ ਮੁਰਾਰੀ ਮਨ ਰੂਪੀ ਮੁਰਦਿਆਂ ਨੂੰ ਮਾਰਨ ਵਾਲਾ ਪਰਮਾਤਮਾ। ਕੇਵਲ ਇੱਕੋ ਇੱਕ ਪਰਮੇਸ਼ਰ ਜਿਹੜਾ ਵਿਰਾਜਮਾਨ ਹੈ, ਉਹ ਤੋਂ ਭਿੰਨ ਹੋਰ ਕੋਈ ਹੈ ਹੀ ਨਹੀਂ। ਫਿਰ ਸਾਰੇ ਇਹਨੂੰ ਗੋਬਿੰਦ ਗੋਬਿੰਦ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣ ਲੱਗ ਜਾਂਦਾ। ਫਿਰ ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦੁਆਇਸ਼ ਨਹੀਂ, ਐਸੀ ਦ੍ਰਿਸ਼ਟੀ ਬਣ ਜਾਂਦੀ ਹੈ। ਕੇਵਲ ਇੱਕੋ ਇੱਕ ਪਰਮਾਤਮਾ ਉਹਨਾਂ ਨੂੰ ਚਾਰ ਚੁਫੇਰੇ ਨਜ਼ਰ ਆਉਂਦਾ ਹੈ। ਸੋ ਇਸ ਵਾਸਤੇ ਭਗਤ ਨਾਮਦੇਵ ਜੀ ਦੀ ਹੁਣ ਆਪਣੀ ਇਹ ਅਵਸਥਾ ਸੀ। ਜਿਹੋ ਜਿਹੀ ਕਿਸੇ ਦੀ ਅਵਸਥਾ ਹੋਵੇ ਉਹਦੀ ਉਹ ਗੱਲ ਕਰਨਾ। ਜੇ ਹੁਣ ਇੱਕ ਰਾਜਨੀਤੀ ਕੋਲ ਬੈਠਾਂਗੇ ਹੁਣ ਗੱਲਾਂ ਹੋਈਆਂ ਕਰਨਾਂਗੇ, ਠੱਗਾਂ ਕੋਲ ਬੈਠੋ ਠੱਗੀ ਦੀਆਂ ਕਰਨਾਂਗੇ, ਵਪਾਰੀਆਂ ਕੋਲ ਬੈਠੋ ਵਪਾਰ ਦੀਆਂ ਕਰਨਾਂਗੇ, ਲੁੱਚੇ ਲਫੰਗੇ ਆ ਉਹ ਜਿਹੀਆਂ ਗੱਲਾਂ ਕਰਨਾਂਗੇ। ਜਿਹੜੇ ਅਗਿਆਨੀ ਆ ਉਹ ਅਗਿਆਨਤਾ ਦੀਆਂ ਗੱਲਾਂ ਕਰ ਲਾਂਗੇ। ਕਿਸੇ ਡਾਕਟਰ ਬਹਿ ਕੇ ਉਹ ਦਵਾਈਆਂ ਦੀਆਂ ਗੱਲਾਂ ਕਰੀ ਜਾਊਗਾ, ਮਰੀਜ਼ ਆਪਣੇ ਰੋਗਾਂ ਦੀਆਂ ਕਰੀ ਜਾਂਦੇ ਆ। ਤੇ ਜਿਹੜੇ ਗਿਆਨਵਾਨ ਆ ਰੱਬ ਨਾਲ ਜੁੜੇ ਹੋਏ ਆ ਉਹ ਜਿੱਥੇ ਬਹਿੰਦੇ ਆ ਉਹ ਪਰਮਾਤਮਾ ਦੀ ਗੱਲ ਕਰਦੇ ਆ, ਇੱਕ ਨਿਰੰਕਾਰ ਦੀ ਗੱਲ ਕਰਦੇ ਆ। ਪਹਿਲੀ ਗੱਲ ਤਾਂ ਬੋਲਦੇ ਹੀ ਨਹੀਂ, ਆਨੰਦ 'ਚ ਰਹਿੰਦੇ ਆ। ਜੇ ਕੋਈ ਹੋਵੇ ਤੇ ਫਿਰ ਉਹ ਭਜਨ ਕਰਨ ਦੀ, ਨਾਮ ਜਪਣ ਦੀ, ਪਰਮਾਤਮਾ ਨੂੰ ਮਿਲਣ ਦੀ, ਜਾਂ ਮਿਲੇ ਹੋਏ ਜਿਹੜੇ ਉਹਨਾਂ ਦੀਆਂ ਗੱਲਾਂ ਉਹ ਕਰਦੇ ਆ, ਦੂਜੀਆਂ ਗੱਲਾਂ ਨਹੀਂ ਕਰਦੇ। ਬਾਕੀ ਜਿਨ੍ਹਾਂ ਸੰਸਾਰ ਜਿੱਥੇ ਬਹਿੰਦੇ ਆ ਉੱਥੇ ਗੱਪਾਂ ਮਾਰਦੇ ਆ, ਗੱਪਾਂ ਮਾਰ ਕੇ ਟਾਈਮ ਪਾਸ ਕਰਦੇ, ਫਿਲਮਾਂ ਦੇਖ ਲਈਆਂ, ਡਾਂਸ ਦੇਖ ਲੈ, ਹੋਰ ਮਨੋਰੰਜਨ ਵਾਸਤੇ ਕਈ ਹੀ ਘੁੰਮਦੇ ਆ, ਟਾਈਮ ਪਾਸ ਕਰੀਏ। ਉਹ ਟਾਈਮ ਪਾਸ ਨਹੀਂ, ਟਾਈਮ ਬਰਬਾਦ ਕਰਦੇ ਆ। ਪਰ ਟਾਈਮ ਪਾਸ ਕਿਵੇਂ ਹੁੰਦਾ? ਸੇਵਾ ਨਾਲ, ਸਿਮਰਨ ਨਾਲ, ਸਤਸੰਗ ਨਾਲ, ਨਾਮ ਜਪਣ ਨਾਲ, ਭਜਨ ਕਰਨੇ ਨਾਲ। ਉਹਨੇ ਆਪਣਾ ਟਾਈਮ ਵੰਡਿਆ। ਇੰਨੇ ਵਜੇ ਉੱਠਣਾ, ਇਸ਼ਨਾਨ ਕਰਨਾ, ਇੰਨੇ ਵਜੇ ਨਿਤਨੇਮ ਕਰਨਾ, ਇੰਨੇ ਵਜੇ ਮਹਾਰਾਜ ਦਰਸ਼ਨ ਕਰਨਾ, ਕਥਾ ਕੀਰਤਨ ਸੁਣਨਾ, ਸ਼ਾਮ ਦਾ ਵੀ ਇਸ ਤਰ੍ਹਾਂ, ਸਵੇਰੇ ਸਾਰਾ ਉਹਨਾਂ ਨੇ ਡੇਟਾ ਪੂਰਾ ਬਣਾਇਆ। ਇਹ ਪਤਾ ਵੀ ਨਹੀਂ ਲੱਗਦਾ ਟਾਈਮ ਨਿਕਲ ਕਦੋਂ ਜਾਂਦਾ। ਤੇ ਬੁਰੇ ਪਾਸੇ ਜਾਣ ਨੂੰ ਤੁਰਨਾ ਹੀ ਨਹੀਂ ਹੁੰਦਾ, ਇੰਨਾ ਬਿਜੀ ਬਣ ਜਾਂਦਾ। ਤੇ ਆਮ ਜਿਹੜੇ ਲੋਕ ਹੈ ਬਸ ਇੱਥੇ ਬਹਿੰਦੇ ਘੰਟਿਆਂ ਵਧੀ ਗੱਪਾਂ ਮਾਰੀ ਜਾਣਗੇ, ਨਿੰਦਿਆ ਚੁਗਲੀਆਂ ਕਰੀ ਜਾਣਗੇ। ਤੇ ਜਿਹੜੇ ਮਹਾਂਪੁਰਖ ਆ ਉਹ ਹਰ ਵੇਲੇ ਭਜਨ ਦੇ ਵਿੱਚ ਹੀ ਲੱਗੇ ਰਹਿੰਦੇ ਆ। ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ। ਉਹਨਾਂ ਨੂੰ ਹਰ ਪਾਸੇ ਉਹ ਪਰਮਾਤਮਾ ਹੈ, ਪਰਮਾਤਮਾ ਨਜ਼ਰ ਆਉਂਦਾ ਹੈ। ਉਸ ਤੋਂ ਭਿੰਨ ਉਹਨਾਂ ਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਸੋ ਬਾਬਾ ਅਤਰ ਸਿੰਘ ਦੇ ਜੰਗਲ 'ਚ ਲਗਾ, ਕਹਿੰਦੇ ਮਹਾਰਾਜ ਉੱਥੇ ਨਾ ਜਾਓ, ਇੱਥੇ ਸ਼ੇਰ ਪਾਣੀ ਪੀਣ ਆਉਂਦੇ। ਸੰਤ ਕਹਿੰਦੇ ਕੋਈ ਗੱਲ ਨਹੀਂ, ਜੇ ਸ਼ੇਰ ਸਾਨੂੰ ਖਾ ਲਊਗਾ ਉਹਦੀ ਭੁੱਖ ਮਿਟ ਜਾਊਗੀ। ਉੱਥੇ ਬੈਠੇ ਰਹੇ, ਸ਼ੇਰ ਪੇ ਵਾਕਿਆ ਆਏ ਪਾਣੀ ਪੀਣ। ਉਹ ਸੰਤਾਂ ਨੇ ਪਰਿਕਰਮਾ ਕਰਕੇ ਪੂਛ ਲਾਉਂਦੇ ਚਲੇ ਆਏ। ਉਹ ਦੂਏ ਦਿਨ ਲੋਕ ਦੇਖਣ ਆਏ ਫਿਰ ਸੰਤ ਨੂੰ ਖਾ ਲਿਆ ਉਹਨੂੰ। ਉਹ ਉੱਥੇ ਸਮਾਧੀ ਜੀ ਬੈਠੇ, ਕਹਿੰਦੇ ਮਹਾਰਾਜ ਕਿਵੇਂ ਆਏ ਸੀ? ਕਹਿੰਦੇ ਸ਼ੇਰ ਤਾਂ ਕਈ ਆਏ, ਸ਼ੇਰ ਨਹੀਂ ਆਈ, ਬੱਚੇ ਵੀ ਨਾਲ ਸੀ। ਕਹਿੰਦੇ ਪਾਣੀ ਪੂਣੀ ਪੀਤਾ, ਫਿਰ ਉਹ ਪਰਿਕਰਮਾ ਕਰਕੇ ਚਲੇ। ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਨਹੀਂ ਬਣ ਜਾਂਦੀ ਹੈ, ਉਹਨਾਂ ਨੂੰ ਸਾਰਿਆਂ 'ਚ ਨਜ਼ਰ ਆਉਂਦਾ। ਜੇ ਹੁਣ ਜਾਣਾ ਕਹਿਣਾ ਉੱਠ ਕੇ ਰੀਸ ਕਰੇ ਇਹ ਵੀ ਔਖੀ ਗੱਲ ਹੈ। ਪਰ ਉਹ ਕਮਾਈ ਕਰਕੇ ਜਿਹੜੇ ਉਸ ਮੰਜ਼ਿਲ 'ਤੇ ਪਹੁੰਚ ਜਾਂਦੇ ਆ, ਇਹ ਉਹਨਾਂ ਦੀ ਅਵਸਥਾ। ਉਹ ਫਿਰ ਉਹਨਾਂ ਦੇ ਅੰਦਰ ਸਮਦ੍ਰਿਸ਼ਟੀ ਆ ਜਾਂਦੀ ਹੈ। ਉਹ ਜਿਹੜੇ ਤਾਮਸੀ ਜੀਵ ਹੈ ਉਹਨਾਂ ਨੂੰ ਵੀ ਸ਼ਾਂਤੀ ਉੱਥੇ ਮਿਲਦੀ ਹੈ। ਅਤੇ ਬਾਬਾ ਜਵਾਲਾ ਸਿੰਘ ਮਹਾਰਾਜ ਹਰਪਾਲ ਵਾਲਾ ਪੂਨੇ, ਉੱਥੇ ਗੁਫਾ, ਉੱਥੇ ਰਹਿ ਕੇ 40 ਦਿਨ ਭਜਨ ਕੀਤਾ।
ਤੇ ਸੰਤ ਬਾਬਾ ਮਹਿੰਦਰ ਸਿੰਘ ਨਾਲ ਸੀਗੇ। ਉਹਨਾਂ ਨੂੰ ਕਹਿੰਦੇ ਵੀ ਤੂੰ ਹੁਣ ਇੱਥੇ ਰਹਿਣਾ, ਅੱਗੇ ਨਹੀਂ ਜਾਣਾ। ਉੱਥੇ ਵੀ ਸ਼ੇਰ ਆਉਂਦਾ ਸੀ ਤੇ ਸੰਤ ਕਹਿੰਦੇ ਤੂੰ ਡਰੀ ਨਾ, ਤੈਨੂੰ ਕਹੂਗਾ ਕੁਝ ਨਹੀਂ। ਉਹਨੂੰ ਫਿਰ ਆਉਣਾ, ਉੱਥੇ ਘੁੰਮ ਘੰਮ ਕੇ ਚੱਲ ਜਾਣਾ। ਤੇ ਇਸ ਤਰ੍ਹਾਂ ਜਿਹੜੇ ਮਹਾਂਪੁਰਖ ਆ, ਜਿਹੜੀ ਤਾਮਸੀ ਜੀਵ ਆ, ਉਹ ਵੀ ਉਹਨਾਂ ਕੋਲ ਆਪਣੇ ਭਲੇ ਨੂੰ ਹੁੰਦੇ ਆ, ਕਿਉਂਕਿ ਆਪਣਾ ਭਲਾ ਹਰੇਕ ਹੀ ਮਰਨਾ ਵੀ ਕੋਈ ਨਹੀਂ ਚਾਹੁੰਦਾ। ਕਿੰਨਾ ਵੀ ਮਾੜਾ ਆ, ਉਹ ਚਾਹੁੰਦਾ ਹਲੇ ਮੈਨੂੰ ਮਾਰੇ ਜਾਂ ਮੈਂ ਮਰ ਜਾਵਾਂ, ਆਈ ਤੇ ਮਰਨਾ ਹੀ ਹੈ। ਪਰ ਇਸ ਤਰ੍ਹਾਂ ਸਭ ਜੀਵਾਂ ਨੂੰ ਆਪੋ ਆਪਣਾ ਗਿਆਨ ਹੈ। ਤੇ ਫਿਰ ਇਹ ਵੀ ਹੈ, ਉਹ ਵੀ ਦੇਖ ਲਓ ਮਹਾਂਪੁਰਖ ਨੂੰ ਜਾ ਕੇ ਮਨ ਦੀ ਸ਼ਾਂਤੀ ਪਾ ਲਿਆ। ਇਹ ਭਗਤ ਨਾਮਦੇਵ ਜੀ ਦੀ ਬ੍ਰਹਮ ਗਿਆਨ ਦੀ ਅਵਸਥਾ ਦਾ ਉਪਦੇਸ਼ ਹੈ, ਕਿਉਂਕਿ ਆਪ ਉੱਥੇ ਪਹੁੰਚੇ ਸੀ ਤੇ ਉੱਥੇ ਦੀ ਗੱਲ ਨਹੀਂ ਕੀਤੀ ਹੈ। ਤੇ ਜਿਹੜਾ ਅੱਧ ਬਾਟੇ ਫਿਰਦਾ ਉਹਨੂੰ ਗੱਲਾਂ ਵੀ ਉਹੋ ਜਿਹੀਆਂ ਕਰਨੀਆਂ। ਪੂਰੇ ਸੀਗੇ, ਉਹਨਾਂ ਨੇ ਉਸ ਮੰਜ਼ਿਲ 'ਤੇ ਪਹੁੰਚ ਕੇ ਫਿਰ ਗੱਲ ਕੀਤੀ ਹੈ ਕਿ ਜਦੋਂ ਬ੍ਰਹਮ ਗਿਆਨੀ ਬਣ ਜਾਂਦਾ ਉਹਦੀ ਦ੍ਰਿਸ਼ਟੀ ਇਹੋ ਜਿਹੀ ਬਣ ਜਾਂਦੀ ਹੈ, ਕਿਉਂਕਿ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜੈਸੀ ਸ੍ਰਿਸ਼ਟੀ ਤੈਸੀ ਦ੍ਰਿਸ਼ਟੀ। ਜਿਹੋ ਜਿਹੀ ਦ੍ਰਿਸ਼ਟੀ ਉਹੋ ਜਿਹੀ ਸ੍ਰਿਸ਼ਟੀ ਦੇਖਦਾ। ਚੋਰ ਨੂੰ ਹਰੇ ਚੋਰੀ ਦੇ, ਸਾਧ ਨੂੰ ਹਰੇ ਸਾਧ ਨਜ਼ਰ ਆਉਂਦੇ। ਦ੍ਰਿਸ਼ਟੀ ਹੈ ਨਾ, ਜਿਹੋ ਜਿਹੀ ਕਿਸੇ ਦ੍ਰਿਸ਼ਟੀ ਆ, ਜਿਹੋ ਜਿਹਾ ਆਪ ਹੋਊਗਾ ਉਹੋ ਜਿਹੇ ਦੂਏ ਨੂੰ ਸਮਝੂਗਾ। ਪਰ ਜਿਹੜੇ ਗਿਆਨਵਾਨ ਆ, ਉਹਨਾਂ ਦੀ ਦ੍ਰਿਸ਼ਟੀ ਬੜੀ ਪਾਕ ਪਵਿੱਤਰ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।